ਆਪ ਜੀ ਵਾਸਤੇ ਇੱਕ ਸਵਾਲ ਹੈ। ਉਹ ਕਹਿੰਦੇ ਜੇਕਰ ਤੁਸੀਂ ਆਪ ਆਪਣੀ ਜ਼ਿੰਦਗੀ ਵਿੱਚ ਤੰਗ ਹੋ ਤਾਂ ਕਿਸੇ ਦਾ ਭਲਾ ਕੀਤਾ ਜਾਂ ਸਵਾਰਿਆ ਆਪਣਾ ਨੁਕਸਾਨ ਵੀ ਕਰ ਲੈਂਦੇ। ਜੇਕਰ ਆਪਣੀ ਜ਼ਿੰਦਗੀ ਚੰਗੀ ਨਹੀਂ ਹੈ ਤਾਂ ਕਿਸੇ ਦਾ ਕੋਈ ਸਵਾਰਨ ਜਾਈਏ ਤਾਂ ਦੋਨਾਂ ਦਾ ਅਸੀਂ ਨੁਕਸਾਨ ਕਰ ਦਿੰਦੇ ਹਾਂ, ਆਪਣਾ ਵੀ ਤੇ ਦੂਜੇ ਦਾ ਵੀ। ਅੱਗੋਂ ਦੂਸਰਾ ਕਹੇ ਕਿ ਮੇਰਾ ਕੁਝ ਤੂੰ ਕੀਤਾ ਹੀ ਨਹੀਂ ਤਾਂ ਫਿਰ ਬਰਦਾਸ਼ਤ ਵੀ ਨਹੀਂ ਹੁੰਦਾ। ਇਹ ਦੋਨੋਂ ਹਾਲਾਤਾਂ ਦੇ ਵਿੱਚ ਕੀ ਕਰੀਏ? ਜਿਹੜਾ ਮੇਰੀ ਭੈਣ ਨੇ ਕੁਐਸਚਨ ਪੇਸ਼ ਕੀਤਾ ਹੈ ਉਸ ਦਾ ਮੈਂ ਆਨਸਰ ਸਾਂਝ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਸਾਧ ਸੰਗਤ ਜੀ, ਜੇਕਰ ਕੋਈ ਮਨੁੱਖ ਇਹ ਕਵੇ ਕਿ ਵੀ ਮੇਰੇ ਕੋਲ ਜਦੋਂ 1000 ਰੁਪਇਆ ਹੋਏਗਾ ਤਾਂ ਹੀ ਮੈਂ ਕਿਸੇ ਕੋਲ ਸਾਂਝ ਕਰਨ ਜਾਵਾਂਗਾ, ਫਿਰ ਆਸਤਾ ਆਸਤਾ ਯੂਨਿਟ ਪ੍ਰਾਈਸ ਬਦਲ ਜਾਂਦਾ ਹੈ। ਉਹ ਕਹਿੰਦਾ ਜਦੋਂ ਮੇਰੇ ਕੋਲ ਲੱਖ ਹੋਏਗਾ ਤਾਂ ਮੈਂ ਕੁਝ ਕਰਨ ਜਾਵਾਂਗਾ। ਨਾ ਕਦੇ ਲੱਖ ਹੁੰਦਾ ਹੈ, ਜੇ ਲੱਖ ਹੋ ਜਾਏ ਤਾਂ ਉਸ ਵੇਲੇ ਯੂਨਿਟ ਪ੍ਰਾਈਸ 10 ਲੱਖ ਦੀ ਪਹੁੰਚ ਜਾਂਦੀ ਹੈ। ਇਸ ਕਰਕੇ ਇਸ ਤੇ ਕਦੀ ਵੀ ਨਹੀਂ ਹੋਏਗਾ ਕਿ ਮੈਂ ਪਰਫੈਕਟ ਹੋ ਜਾਵਾਂ ਫਿਰ ਦੁਨੀਆ ਦਾ ਭਲਾ ਕਰਨ ਜਾਵਾਂਗਾ। ਨਾ ਕਦੇ ਪੈਸੇ ਇਤਨੇ ਹੁੰਦੇ ਨੇ ਕਿ ਦੁਨੀਆ ਦਾ ਭਲਾ ਕਰਨ ਵਾਸਤੇ ਮੈਂ ਸੈਟਿਸਫਾਈਡ ਹੋ ਜਾਵਾਂ ਔਰ ਫਿਰ ਦੇਣ ਜਾਵਾਂ, ਅਤੇ ਨਾ ਕਦੀ ਅਸੀਂ ਪਰਫੈਕਟ ਹੁੰਦੇ ਹਾਂ ਕਿ ਮੈਂ ਪਹਿਲਾਂ ਪਰਫੈਕਟ ਹੋ ਜਾਂ, ਮੇਰੇ ਘਰ ਵਾਲੇ ਸਾਰੇ ਰੱਜ ਜਾਣ, ਫਿਰ ਮੈਂ ਬਾਹਰ ਭਲਾ ਕਰਨ ਜਾਵਾਂਗਾ। ਇਸ ਤਰ੍ਹਾਂ ਨਹੀਂ ਹੁੰਦਾ, ਕਦੀ ਨਹੀਂ ਹੁੰਦਾ। ਕਿਉਂ? ਕਿਉਂਕਿ ਜੇ ਮੈਂ ਮੰਨ ਲਵਾਂ ਮੈਂ ਪਰਫੈਕਟ ਹਾਂ, ਮੇਰੇ ਘਰ ਵਾਲਿਆਂ ਨਾਲ ਰਿਲੇਸ਼ਨਸ਼ਿਪ ਸਾਰੀ ਠੀਕ ਹੈ, ਮੇਰੇ ਘਰ ਦਾ ਸਭ ਕੁਝ ਪਹਿਲਾਂ ਹੋ ਰਿਹਾ ਜੀ, ਹਾਂ ਸਭ ਕੁਝ ਠੀਕ ਹੈ, ਚਲੋ ਹੁਣ ਪ੍ਰਚਾਰ ਵਾਸਤੇ ਚਲੋ, ਤਾਂ ਸਤਸੰਗ ਜੀ ਮੇਰੀ ਸਭ ਤੋਂ ਵੱਡੀ ਈਗੋ ਹਉਮੈ ਹੋਏਗੀ ਕਿ ਮੈਂ ਪਹਿਲਾਂ ਹੀ ਮੰਨ ਲਿਆ ਕਿ ਮੈਂ ਪਰਫੈਕਟ ਹਾਂ। ਪਰਫੈਕਟ ਕੋਈ ਕਦੇ ਨਹੀਂ ਹੁੰਦਾ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਅਸੀਂ ਕਦੀ ਵੀ ਕਲੇਮ ਨਹੀਂ ਕਰ ਸਕਦੇ ਹਾਂ ਕਿ ਮੇਰੇ ਸਾਰੇ ਘਰ ਵਾਲੇ ਸੈਟਿਸਫਾਈ ਹੋ ਗਏ ਨੇ, ਕਿਉਂਕਿ ਕਦੇ ਹੁੰਦੇ ਹੀ ਨਹੀਂ। ਉਹਨਾਂ ਦੇ ਨਾਲ ਉੱਠਦਿਆਂ ਬੈਠਦਿਆਂ ਮੈਨੂੰ ਆਪਣੇ ਜੀਵਨ ਦੇ ਵਿਚਕਾਰ ਬਸ ਸਿਰਫ ਇਤਨਾ ਰੱਖਣਾ ਹੈ ਕਿ ਬਈ ਮੈਂ ਤੁਹਾਡੇ ਨਾਲ ਮਿਸਬਿਹੇਵ ਨਹੀਂ ਕਰਨਾ, ਦੈਟਸ ਇਟ। ਮੈਂ ਮਿਸਬਿਹੇਵ ਨਹੀਂ ਕਰਨਾ, ਤੁਸੀਂ ਮੇਰੇ ਨਾਲ ਜਿਹੜਾ ਮਿਸਬਿਹੇਵ ਕਰੋ ਉਹਨੂੰ ਮੈਂ ਬਰਦਾਸ਼ਤ ਕਰਨ ਦਾ ਮਾਦਾ ਰੱਖਦੀ ਹਾਂ। ਅਤੇ ਬਰਦਾਸ਼ਤ ਕਰਨ ਤੋਂ ਬਾਅਦ when it comes to my nose then you are not spared। ਜੇ ਤੁਸੀਂ ਮੇਰੀ ਆਤਮਿਕ ਆਜ਼ਾਦੀ ਵਿਚਕਾਰ ਆਪਣਾ ਹੱਥ ਪਾਈ ਜਾਓਗੇ ਤਾਂ ਮੈਨੂੰ ਇਹ ਵੀ ਪ੍ਰਵਾਨ ਨਹੀਂ ਹੈ। ਮੈਂ ਤੁਹਾਨੂੰ ਡੋਮੀਨੇਟ ਨਹੀਂ ਕਰਦਾ, ਤੁਹਾਡੇ ਚੋਂ ਵੀ ਕਿਸੇ ਨੂੰ ਮੈਨੂੰ ਡੋਮੀਨੇਟ ਕਰਨ ਦਾ ਹੱਕ ਨਹੀਂ ਹੈ। ਬਸ ਆਪਣੀ ਰਿਲੇਸ਼ਨਸ਼ਿਪ ਇੱਥੇ ਤੱਕ ਰੱਖਣੀ ਹੈ ਪਰਿਵਾਰ ਵਿੱਚ ਕਿ ਮੈਂ ਆਪਣੇ ਫਰਜ਼ ਪੂਰੇ ਕਰਨੇ ਹਨ। ਫਰਜ਼ ਕਰੋ ਪਤਨੀ ਪਤੀ ਦੀ ਚਾਹ ਬਣਾ ਦਿੰਦੀ ਹੈ, ਨਾਸ਼ਤਾ ਬਣਾ ਦਿੰਦੀ ਹੈ। ਹੁਣ ਪੁਰਾਣਾ ਜ਼ਮਾਨਾ ਕਿਹਾ ਕਿ ਪਤੀ ਕਵੇ ਮੇਰੇ ਵਾਸਤੇ ਚੁੱਲ੍ਹੇ 'ਤੇ ਪਾਣੀ ਗਰਮ ਕਰਕੇ ਲਿਆ। ਗੀਜ਼ਰਸ ਆਰ ਦੇਅਰ, ਈਵਨ ਇਲੈਕਟ੍ਰਿਕ ਕੈਟਲਸ ਆਰ ਦੇਅਰ। ਅਤੇ ਸਤ ਸੰਗਤ ਜੀ ਬੜੇ ਸਾਰੇ ਮੀਨਸ ਨੇ ਕਿ ਇਨਸਾਨ ਵੈਸੇ ਆਪਣਾ ਬ੍ਰੇਕਫਾਸਟ ਵੀ ਬਣਾ ਸਕਦਾ ਹੈ, ਪਰ ਜੋ ਕਵੇ ਜਦੋਂ ਮੈਂ ਬ੍ਰੇਕਫਾਸਟ ਖਾਵਾਂ ਤੂੰ ਬਣਾ, ਮੈਂ ਚਾਹ ਪੀਆਂ ਤੂੰ ਬਣਾ ਕੇ ਲਿਆ, ਅਤੇ ਜਦੋਂ ਮੈਂ ਅੰਦਰ ਨਹਾਉਣ ਜਾਵਾਂ ਬਾਥਰੂਮ ਦੇ ਬਾਹਰ ਤੂੰ ਖੜੀ ਰਹਿ, ਦੈਟਸ ਹਾਈਟ ਆਫ ਡੋਮੀਨੇਸ਼ਨ ਔਰ ਆਜ਼ਾਦੀ ਨੂੰ ਖਰਾਬ ਕਰਨਾ ਹੈ। ਤੂੰ ਹੁਣ ਗੁਰਦੁਆਰੇ ਵੀ ਨਹੀਂ ਜਾ ਸਕਦੀ, ਤੂੰ ਹੁਣ ਪਾਠ ਵੀ ਨਹੀਂ ਕਰ ਸਕਦੀ। ਕਿਉਂ? ਕਿਉਂਕਿ ਮੈਂ ਸੋ ਕਾਲਡ ਪਤੀ ਹਾਂ। ਦੈਟਸ ਹਾਈਟ ਆਫ ਮਰਦਾਨਗੀ, ਮੈਨਹੁੱਡ ਦਾ ਜ਼ੁਲਮ। ਇਸ ਤਰ੍ਹਾਂ ਹੀ ਇਸਤਰੀਆਂ ਵੀ ਕਰਦੀਆਂ, ਬੱਚਿਆਂ ਨੂੰ ਕਹਿੰਦੀਆਂ ਤੁਹਾਡੇ ਵਾਸਤੇ ਬਣਾਇਆ ਹੈ, ਤੁਹਾਡੀ ਸਿਹਤ ਵਾਸਤੇ ਠੀਕ ਹੈ, ਇਹ ਖਾਣਾ ਪਏਗਾ। ਡੋਮੀਨੇਸ਼ਨ, ਡੋਂਟ ਡੋਮੀਨੇਟ ਐਨੀਬਡੀ ਐਲਸ। ਸੋ ਆਪਣੇ ਘਰ ਦਾ ਪਿਆਰ ਦਾ ਵਤੀਰਾ ਬਣਾਉਣਾ, ਆਪਣੇ ਵੱਲੋਂ ਕੋਈ ਫਰਜ਼ ਨੂੰ ਇਗਨੋਰ ਨਹੀਂ ਕਰਨਾ। ਫਰਜ਼ ਕਰੋ ਮੇਰੀ ਪਤਨੀ ਨੂੰ ਜਾਂ ਮੇਰੀ ਬੱਚੀ ਨੂੰ ਜਾਂ ਮੇਰੀ ਮਾਂ ਨੂੰ ਡਾਕਟਰ ਕੋਲ ਜਾਣਾ ਪਵੇਗਾ ਕੱਲ੍ਹ, ਔਰ ਮੈਨੂੰ ਜਾਣਾ ਹੈ ਸੈਮੀਨਾਰ ਵਾਸਤੇ। ਕੋਈ ਮੈਨੂੰ ਕਵੇ ਤੁਸੀਂ ਤੇ ਮਾਂ ਦੀਆਂ ਸੇਵਾ ਦੀਆਂ ਗੱਲਾਂ ਕਰਦੇ ਹੋ ਬੜੀਆਂ, ਆਪ ਤੁਹਾਡੀ ਮਾਂ ਨੂੰ ਤੁਸੀਂ ਰੋਲਦੇ ਪਏ ਹੋ, ਉਹਨੂੰ ਕੌਣ ਡਾਕਟਰ ਕੋਲ ਲਿਜਾਏਗਾ?
ਤਾਂ ਮੇਰਾ ਫਰਜ਼ ਬਣਦਾ ਹੈ ਕਿ ਮੰਨ ਲਿਆ ਮੇਰੀ ਮਾਂ ਦੀ ਕੱਲ੍ਹ ਅਪਾਇੰਟਮੈਂਟ ਹੈ ਜਾਂ ਵਾਈਫ ਦੀ, ਤਾਂ ਮੈਂ ਕਿਸੇ ਦਾ ਇੰਤਜ਼ਾਮ ਕਰਕੇ ਆ ਜਾਵਾਂ ਵੀ ਇਹ ਕੰਮ ਤੁਸੀਂ ਕਰ ਦੇਣਾ, ਤਾਂ ਕਿ ਮੈਂ ਪੀਪਲ ਐਟ ਲਾਰਜ ਦੀ ਸੇਵਾ 'ਤੇ ਜਾ ਸਕਾਂ। ਇੱਕ ਘਰ ਦੇ ਅੰਦਰ, ਇੱਕ ਚਾਰ ਦੀਵਾਰੀ ਅੰਦਰ ਸਿਰਫ ਇੱਕ ਮਨੁੱਖ ਦੀ ਸੇਵਾ ਕਰਦੇ ਰਹਿਣਾ ਔਰ ਸੱਚ ਨੂੰ ਇਗਨੋਰ ਕਰਨਾ ਵੀ ਕੋਈ ਵਿਜ਼ਡਮ ਨਹੀਂ ਹੈ। ਲੇਕਿਨ ਇਸ ਕੁਐਸਚਨ 'ਚੋਂ ਇੱਕ ਹੋਰ ਪੁਆਇੰਟ ਨਿਕਲ ਕੇ ਆ ਸਕਦਾ, ਉਹ ਹੈ ਕਿ ਮੈਂ ਨੂੰਹ ਹਾਂ ਔਰ ਮੈਂ ਆਪਣੀ ਸੱਸ ਨੂੰ ਤੇ ਪਾਣੀ ਪੁੱਛਦੀ ਨਹੀਂ, ਗੁਰਦੁਆਰੇ ਜਾ ਕੇ ਮੈਂ ਲੰਗਰ ਪਕਾਉਂਦੀ ਰਵਾਂ। ਤਾਂ ਫਿਰ ਕੁਝ ਸੋਚਣਾ ਪਵੇਗਾ ਕਿ ਕਿਧਰੇ ਗਲਤਫਹਿਮੀ ਹੋ ਗਈ ਹੈ। ਗੁਰਦੁਆਰੇ ਲੰਗਰ ਪਕਾਉਣਾ ਮਾੜੀ ਗੱਲ ਨਹੀਂ ਹੈ, ਪਰ ਗੁਰਦੁਆਰਾ ਮੈਨੂੰ ਸਿਖਾ ਰਿਹਾ ਸੀ ਕਿ ਸਭ ਜਗ੍ਹਾ ਸੇਵਾ ਕਰੀਦਾ, ਤਾਂ ਮੈਨੂੰ ਘਰ ਵੀ ਕਰਨੀ ਹੀ ਚਾਹੀਦੀ ਹੈ। ਕਈ ਸੱਸਾਂ ਇੰਝ ਕਰਦੀਆਂ, ਕਈ ਨੂੰਹ ਇੰਝ ਕਰਦੀਆਂ, ਕਈ ਪਤੀ ਇੰਝ ਕਰਦੇ ਨੇ, ਪਤਨੀਆਂ ਇੰਝ ਕਰਦੀਆਂ। ਸੋ ਸਾਨੂੰ ਚਾਰੋਂ ਪਾਸੇ ਆਪਣਾ ਫਰਜ਼ ਅਦਾ ਕਰ ਲੈਣਾ ਚਾਹੀਦਾ ਸਿੰਸੀਅਰਲੀ। ਪਰ ਪੀਪਲ ਐਟ ਲਾਰਜ, ਜਿਸ ਨੂੰ ਅਸੀਂ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ ਕਹਿੰਦੇ ਹਾਂ, ਉਹਦੇ ਵਾਸਤੇ ਸਾਨੂੰ ਉਪਰਾਲੇ ਜ਼ਰੂਰ ਕਰਨੇ ਚਾਹੀਦੇ ਨੇ। ਨੈਕਸਟ ਕੁਐਸਚਨ। ਸਾਡਾ ਸੈਕਿੰਡ ਕੁਐਸਚਨ ਹੈਗਾ, ਐਂਡ ਅਗਰ ਤੁਸੀਂ ਨੋਟਿਸ ਕਰਦੇ ਹੋ ਕਿ ਇਟਸ ਯੋਰ ਕੁਐਸਚਨ, feel free to stand up so we can make it ਥੋੜਾ ਬਹੁਤ interactive। ਖੁਦ ਮੈਂ ਕਦੀ ਕਿਸੇ ਦਾ ਨੁਕਸਾਨ ਨਹੀਂ ਕੀਤਾ, ਪਰ ਕੋਈ ਦੂਜਾ ਮੇਰਾ ਨੁਕਸਾਨ ਕਰੇ ਤੇ ਮੈਂ ਉਹਨੂੰ ਕਿਵੇਂ ਸਹਿਨ ਕਰਾਂ? So how do you bear a loss that is inflicted by someone else where I have never done loss to anyone? ਇਹ ਬੜਾ ਭਾਰੀ ਭੁਲੇਖਾ ਹੈ ਕਿ ਮੈਂ ਕਦੇ ਕਿਸੇ ਦਾ ਲਾਸ ਨਹੀਂ ਕੀਤਾ। ਇਸ ਕਿਸਮ ਦੀ ਸੋਚਣੀ ਵਾਲੇ ਮਨੁੱਖ ਆਪਣੇ ਜੀਵਨ ਵਿੱਚ ਆਸਤਾ ਆਸਤਾ ਕਾਰਨਰ ਹੋ ਜਾਂਦੇ ਨੇ। ਲਾਈਫ ਮੋਨੋਟਨਸ ਹੋ ਜਾਂਦੀ ਹੈ। ਹਰ ਵੇਲੇ ਇੰਝ ਹੀ ਲੱਗਦਾ ਹੈ ਮੈਂ ਹੀ ਠੀਕ ਹਾਂ ਔਰ ਹਮੇਸ਼ਾ ਦੂਜੇ ਗਲਤ ਹਨ। ਲਾਈਫ ਮੋਨੋਟਨਸ ਮੀਨਸ ਵੀ ਆਰ ਹੈਡਿੰਗ ਟੂਵਰਡਸ ਡਿਪਰੈਸ਼ਨ। ਇਸ ਕਰਕੇ ਗਲੀ ਗਲੀ ਵਿੱਚ ਸਾਈਕੈਟਿਸਟ ਔਰ ਕਾਉਂਸਲਰਸ ਔਰ ਇਹ ਸਾਰਾ ਕੁਝ ਵੱਧਦਾ ਜਾ ਰਿਹਾ ਹੈ। ਸਾਡੇ ਘਰਾਂ ਵਿੱਚ ਲੋਕੀ ਡਿਪਰੈਸ਼ਨ ਵਿੱਚ ਹਨ। ਇਸੀ ਕਾਰਨ ਸਾਡੇ ਘਰਾਂ ਵਿੱਚ ਲੋਕਾਂ ਨੂੰ ਡਿਪਰੈਸ਼ਨ ਤੋਂ ਅਗਲੀ ਬਿਮਾਰੀ ਸ਼ੁਰੂ ਹੋ ਗਈ ਹੈ, ਉਹਨੂੰ ਸ਼ਕੀਜ਼ੋਫਰੇਨੀਆ ਕਹਿੰਦੇ ਨੇ। ਜਦੋਂ ਡਿਪਰੈਸ਼ਨ ਵਿਗੜ ਜਾਏ ਔਰ ਵਾਈਡ ਹੋ ਜਾਏ ਤਾਂ ਫਿਰ ਸ਼ਕੀਜ਼ੋਫਰੇਨੀਆ ਹੋ ਜਾਂਦਾ ਹੈ। ਸ਼ਕੀਜ਼ੋਫਰੇਨੀਆ ਵਾਲਾ ਸਾਡੇ ਨਾਲ ਰੁੱਸ ਜਾਏਗਾ, ਸ਼ਕੀਜ਼ੋਫਰੇਨੀਆ ਵਾਲਾ ਰੋਟੀ ਨਹੀਂ ਖਾਏਗਾ, ਸ਼ਕੀਜ਼ੋਫਰੇਨੀਆ ਵਾਲਾ ਘਰੋਂ ਨੱਸ ਜਾਣ ਦੀਆਂ ਧਮਕੀਆਂ ਦੇਗਾ, ਸ਼ਕੀਜ਼ੋਫਰੇਨੀਆ ਵਾਲਾ ਸਾਨੂੰ ਘੂਰੀਆਂ ਵੱਟੇਗਾ, ਥੱਪੜ ਮਾਰੇਗਾ, ਸ਼ਕੀਜ਼ੋਫਰੇਨੀਆ ਵਾਲਾ ਇਸ ਤਰ੍ਹਾਂ ਵਗਾ ਕੇ ਰੋਟੀ ਦੀ ਥਾਲੀ ਸੁੱਟ ਦੇਗਾ, ਸ਼ਕੀਜ਼ੋਫਰੇਨੀਆ ਵਾਲਾ ਸਾਡੇ ਪੇਕਿਆਂ ਨੂੰ ਜਾਂ ਮੁੰਡੇ ਦੇ ਟੱਬਰ ਵਾਲਿਆਂ ਨੂੰ, ਕਈ ਜਗ੍ਹਾ ਪਤਨੀਆਂ ਇੰਝ ਕਰਦੀਆਂ, ਇਸ ਤਰ੍ਹਾਂ ਕਰੇਗਾ। ਉਹ ਵਾਈਲਡ ਹੋ ਗਿਆ, ਉਹ ਹੋਰ ਡਿਸਟਰਬ ਹੋ ਗਿਆ, ਉਹਨੂੰ ਕਾਉਂਸਲਰ ਦੀ ਲੋੜ ਹੈ। ਰੂਟ ਕਾਜ਼ ਕੀ ਹੈ? ਮੈਂ ਕਦੇ ਕਿਸੇ ਦਾ ਕੁਝ ਨਹੀਂ ਵਿਗਾੜਿਆ, ਦੂਜੇ ਹੀ ਮੇਰਾ ਵਿਗਾੜ ਜਾਂਦੇ ਨੇ। ਧਰਮ ਮੈਨੂੰ ਇਹ ਨਹੀਂ ਸਿਖਾਉਂਦਾ ਕਿ ਮੈਂ ਦੂਜਿਆਂ ਨੂੰ ਇਹ ਪੜ੍ਹਾ ਦਿਆਂ ਕਿ ਮੇਰਾ ਤੁਸੀਂ ਨਹੀਂ ਵਿਗਾੜਨਾ। ਇਹ ਨਹੀਂ ਧਰਮ ਸਿਖਾ ਰਿਹਾ। ਧਰਮ ਇਹ ਸਿਖਾ ਰਿਹਾ ਮੈਂ ਨੋਟਿਸ ਕਰਾਂ ਮੈਂ ਕਿੱਥੋਂ ਗਲਤ ਹਾਂ, ਮੈਂ ਕਿਸੇ ਦਾ ਵਿਗਾੜਨਾ ਨਹੀਂ, ਇਹ ਸਿਖਾ ਰਿਹਾ। ਸੋ ਧਰਮ ਦੀ ਸਾਰੇ ਤੀਰ ਕਬੀਰ ਸਤਿਗੁਰ ਸੂਰਮੇ ਬਾਇਆ ਬਾਣ ਜੋ ਇੱਕ ਲਾਗਤ ਹੀ ਪੋਏ ਗਿਰ ਪਰਿਆ। ਜਿਹਨੂੰ ਤੀਰ ਲੱਗਦਾ ਹੈ ਨਾ ਉਹ ਠੀਕ ਹੁੰਦਾ ਹੈ, ਲੋਕਾਂ ਨੂੰ ਨਹੀਂ ਸੰਵਾਰ ਸਕਦੇ। ਹਾਂ, ਮੈਨੂੰ ਛੋਟੀ ਜੀ ਸੱਚੀ ਵਾਪਰੀ ਘਟਨਾ ਯਾਦ ਆਈ। ਸਾਡੇ ਇੱਕ ਲਿਵਿੰਗ ਟ੍ਰੈਜਰ ਦੇ ਪ੍ਰੋਗਰਾਮ ਵਿੱਚ ਇੱਕ ਸੱਜਣ ਸੁਣਨ ਆਏ। ਸੁਣਨ ਤੋਂ ਬਾਅਦ ਉਹ ਘਰ ਚਲੇ ਗਏ, ਕਿਸੇ ਹੋਰ ਸ਼ਹਿਰ ਵਿੱਚ ਰਹਿੰਦੇ ਸਨ ਇੰਡੀਆ ਦੇ। ਉੱਥੋਂ ਉਹਨਾਂ ਨੇ ਕਾਲ ਕੀਤੀ, ਆਈ ਵਾਂਟ ਕਿ ਮੇਰੀ ਵਾਈਫ ਔਰ ਮੇਰੀ ਮਦਰ ਦੀ ਬਹੁਤ ਲੜਾਈ ਹੁੰਦੀ ਹੈ। ਤੁਹਾਡੀਆਂ ਵਾਲੀਆਂ ਗੱਲਾਂ ਟੀਵੀ 'ਤੇ ਮੈਂ ਆਪਣੀ ਵਾਈਫ ਨੂੰ ਕਿਹਾ ਸੁਣ, ਮੇਰੀ ਵਾਈਫ ਕਨਵਿੰਸ ਹੋ ਗਈ ਹੈ ਕਿ ਉਹ ਤੁਹਾਡੇ ਕੋਲ ਕਾਉਂਸਲਿੰਗ ਕਰਾਉਣ ਆਏ। ਅਸੀਂ ਵਰਲਡ ਵਾਈਡ ਫ੍ਰੀ ਕਾਉਂਸਲਿੰਗਸ ਕਰਦੇ ਹਾਂ। ਇਹ ਗੱਲ ਵੱਖਰੀ ਹੈ ਕਿ ਜਿਨ੍ਹਾਂ ਦੇ ਘਰ ਸੰਵਰ ਜਾਂਦੇ ਨੇ ਉਹ ਬਾਅਦ ਵਿੱਚ ਲਿਵਿੰਗ ਟ੍ਰੈਜਰ ਨੂੰ ਕੰਟਰੀਬਿਊਟ ਕਰਨਾ ਸ਼ੁਰੂ ਕਰ ਦਿੰਦੇ ਨੇ।
ਸੋ ਉਹ ਕਾਉਂਸਲਿੰਗ ਵਾਸਤੇ ਆ ਗਈ ਓਵਰਨਾਈਟ ਜਰਨੀ ਕਰਕੇ। ਜਦੋਂ ਉਹ ਆਈ ਸਾਡੇ ਕੋਲ, ਉਸਨੇ 8 ਘੰਟੇ ਸਾਰਾ ਦਿਨ ਰਹਿਣਾ ਸੀ। ਮੈਂ ਔਰ ਮੰਮੀ ਘਰ ਸੀ। ਉਹ 8 ਘੰਟੇ ਆਪਣੀਆਂ ਗੱਲਾਂ ਸੁਣਾਉਂਦੀ ਰਹੀ, ਨਾਲ ਆਪਣੀ ਸੱਸ ਬਾਰੇ ਸੁਣਾਉਂਦੀ ਰਹੀ ਵੀ ਕੀ ਕੁਛ ਹੁੰਦਾ ਹੈ। ਫਾਈਨਲੀ ਅਸੀਂ ਇੱਥੇ ਗੱਲ ਮੁਕਾਈ ਕਿ ਤੁਸੀਂ ਆਪਣੀ ਸੱਸ ਨਾਲ ਮਿਸਬਿਹੇਵ, ਕੌੜਾ ਬੋਲਣਾ, ਰਿਟੈਲੀਏਟ ਕਰਨਾ, ਭੈੜੇ ਬੋਲ ਛੋੜ ਦਿਓ ਬਸ। ਫਰਜ਼ ਕਰੋ ਜੇ ਉਸਨੇ ਸਵੇਰੇ ਦੀ ਆਈ ਹੋਈ ਸ਼ਾਮੀ 5 ਵਜੇ ਜਾਣਾ ਸੀ ਦੁਬਾਰਾ ਬੱਸ ਪਕੜ ਕੇ ਆਪਣੇ ਟਾਊਨ, ਤਾਂ ਉਹ 4:45 ਵਜੇ ਮੈਨੂੰ ਇਹ ਕਹਿੰਦੀ, ਮੈਨੂੰ ਤੁਹਾਡੀਆਂ ਸਾਰੀਆਂ ਗੱਲਾਂ ਸਮਝ ਆ ਗਈਆਂ ਕਿ ਮੈਂ ਮਿੱਠਾ ਬੋਲਣਾ, ਨਮਰਤਾ ਨਾਲ ਬੋਲਣਾ, ਆਪਣੀ ਸੱਸ ਨੂੰ ਟੌਂਟ ਨਹੀਂ ਕਰਨਾ, ਰਿਟੈਲੀਏਟ ਨਹੀਂ ਕਰਨਾ, ਟਿਟ ਫॉर ਟੈਟ ਨਹੀਂ ਕਰਨਾ, ਤਾਂ ਕੀ ਸ਼ਰਤ ਹੈ ਕਿ ਮੇਰੀ ਸੱਸ ਬਦਲ ਜਾਏਗੀ? ਹਰ ਕੁਐਸਚਨ ਵਾਸ ਜੈਨੂਅਨ। ਸਾਡੇ ਸਭ ਦਾ ਵੀ ਇਹ ਕੁਐਸਚਨ ਬਣ ਜਾਂਦਾ ਹੈ ਨਾ। ਜੇ ਮੈਂ ਠੀਕ ਹੋਵਾਂ, ਇਸ ਕੁਐਸਚਨ ਦੇ ਪਿੱਛੇ ਉਹ ਵੀ ਤਾਸੀਰ ਹੈ, ਮੈਂ ਠੀਕ ਹੋਵਾਂ ਪਰ ਦੂਜੇ ਮੇਰਾ ਵਿਗਾੜ ਜਾਣ ਤਾਂ ਕੀ ਕਰਾਂ? ਉਹ ਵੀ ਪੁੱਛ ਰਹੀ ਸੀ ਕਿ ਮੈਨੂੰ ਤੁਹਾਡੀ ਗੱਲ ਸਮਝ ਆ ਗਈ, ਜੇ ਮੈਂ ਠੀਕ ਬੋਲਾਂ ਤਾਂ ਵੀ ਤਾਂ ਮੇਰੀ ਸੱਸ ਮੈਨੂੰ ਟੀਜ਼ ਕਰੇਗੀ, ਬੌਦਰ ਕਰੇਗੀ, ਤੰਗ ਕਰੇਗੀ। ਤਾਂ ਮੈਂ ਉਹਨੂੰ ਕਿਹਾ, ਐਸੀ ਸਾਡੇ ਕੋਲ ਕੋਈ ਤਰੀਕਾ ਨਹੀਂ ਹੈ ਕਿ ਤੁਹਾਡੀ ਸੱਸ ਜੀ ਨੂੰ ਸਵਾਰੀਏ। ਜੇ ਤੁਸੀਂ ਪੁੱਛਣ ਆਏ ਹੋ ਤਾਂ ਤੁਹਾਡੇ ਨਾਲ ਸਾਂਝ ਕਰ ਰਿਹਾ, ਤੁਸੀਂ ਇਹ ਪ੍ਰੈਕਟਿਸ ਆਪਣੇ ਘਰ ਕਰਕੇ ਦੇਖਣਾ। ਆਫਟਰ 4 months she called and she said, ਮੇਰੀ ਸੱਸ ਜੀ ਬਦਲ ਗਏ ਨੇ। ਹੁਣ ਉਹ ਵੀ ਮੇਰੇ ਨਾਲ ਉਸ ਤਰ੍ਹਾਂ ਨਹੀਂ ਬੋਲਦੇ ਨੇ। ਸਾਧ ਸੰਗਤ ਜੀ, ਇਹ ਤੇ ਕਰਾਮਾਤ ਵਾਪਰ ਗਈ ਨਾ, ਕਈਆਂ ਦੇ ਨਹੀਂ ਬਦਲਣਗੇ। ਪਰ ਗੁਰਬਾਣੀ ਮੈਨੂੰ ਸਿਖਾ ਰਹੀ ਹੈ, ਸੰਤ ਨਾ ਛਾਡੇ ਸੰਤਈ, ਜੇ ਕੋਟਕ ਮਿਲੇ ਅਸੰਤ। ਰੋਜ਼ ਅਸੰਤ ਕਿਸਮ ਦੇ ਲੋਕੀ, ਆਈਡੀਅਲ ਨਾ ਜੀਣ ਵਾਲੇ ਲੋਕੀ, ਪ੍ਰੈਕਟਿਸ ਸੱਚ ਤੇ ਨਾ ਕਰਨ ਵਾਲੇ ਮੈਨੂੰ ਮਿਲਣਗੇ। ਕਿ ਮੈਂ ਸੰਤ ਬਣ ਕੇ ਰਹਿਣਾ ਜਦੋਂ ਮੈਨੂੰ ਸੰਤ ਲੋਕੀ ਮਿਲਣ? ਕਿ ਮੈਂ ਇਮਾਨਦਾਰ ਬਿਜ਼ਨਸਮੈਨ ਤਾਂ ਬਣ ਕੇ ਰਹਿਣਾ ਜੇ ਸਾਰੇ ਮੇਰੇ ਨਾਲ ਇਮਾਨਦਾਰੀ ਦਾ ਬਿਜ਼ਨਸ ਕਰਨਗੇ? ਇਹ ਤੇ ਨਾ ਨੋ ਮਨ ਤੇਲ ਹੋਗਾ, ਨਾ ਰਾਧਾ ਨਾਚੇਗੀ, ਇਹ ਤੇ ਕਦੀ ਵੀ ਨਹੀਂ ਹੋਏਗਾ। ਫਿਰ ਮੈਨੂੰ ਸਿੱਖਣਾ ਹੈ ਕਿ ਸੰਤ ਡਜ਼ ਨਾਟ ਮੀਨ ਕੋਈ ਚੋਲੇ ਵਾਲਾ, ਕੋਈ ਖਾਸ ਪਹਿਰਾਵੇ ਵਾਲਾ, ਕੋਈ ਢੇਰ ਸਾਰੇ ਚੇਲਿਆਂ ਵਾਲਾ, ਕੋਈ ਇਸਤਰੀ ਨੂੰ ਨਾ ਹੱਥ ਲਾਉਣ ਵਾਲਾ, ਪੈਸੇ ਨੂੰ ਨਾ ਹੱਥ ਲਾਉਣ ਵਾਲਾ, ਉਹਨੂੰ ਨਹੀਂ ਕਹਿੰਦੇ ਨੇ ਸੰਤ। ਸੰਤ ਦਾ ਮਤਲਬ ਹੁੰਦਾ ਵਰਚਿਊਸ, ਚੰਗੇ ਗੁਣ। ਜੇ ਮੈਨੂੰ ਵਰਚੂਸ ਸਮਝ ਆਈਆਂ, ਪਸੰਦ ਆਈਆਂ, ਔਰ ਮੈਂ ਮੰਨ ਰਿਹਾ ਕਿ ਵਰਚੂਸ ਦੇ ਅਕੋਰਡਿੰਗ ਜੀਵੋ, ਤਾਂ ਚੈਨ ਮਿਲਦਾ ਹੈ, ਸੁੱਖ ਮਿਲਦਾ ਹੈ। ਰੈਲਿਸ਼ ਇਟ, ਲਿਵ ਇਟ, ਈਟ ਇਟ, ਹਜਮ ਕਰੋ ਤੇ ਇੰਜੋਏ ਇਟ। ਇਹਨੂੰ ਕਹਿੰਦੇ ਨੇ ਜੀ ਕੋ ਖਾਵੈ, ਜੀ ਕੋ ਪੁੰਚੈ, ਤਿਸਕਾ ਹੋਏ ਉਧਾਰੋ। ਪੁੰਚੈ ਹੁੰਦਾ ਹਜਮ ਕਰਨਾ, ਆਪਣੇ ਇੱਕ ਇੱਕ ਰੋਮ ਤੱਕ ਉਸ ਦੇ ਗੁਣਾਂ ਨੂੰ ਪਹੁੰਚਵਾ ਲੈਣਾ। ਜੀ ਕੋ ਖਾਵੈ, ਜੀ ਕੋ ਪੁੰਚੈ, ਤਿਸਕਾ ਹੋਏ ਉਧਾਰੋ। ਦੂਜੀ ਪਾਰਟੀ ਨੂੰ ਨਹੀਂ ਸਮਝ ਆ ਰਿਹਾ, ਉਹਦੇ ਸੱਸ ਜੀ ਨੂੰ ਸਮਝ ਵੀ ਆ ਗਿਆ। ਬਟ ਚੈਰਿਟੀ ਬਿਗਨਸ ਐਟ, ਉੱਚਾ ਬੋਲੋ, ਚੈਰਿਟੀ ਬਿਗਨਸ ਐਟ ਹੋਮ। ਸੋ ਅਸੀਂ ਉਸ ਭੈਣ ਨਾਲ ਡਿਸਕਸ ਕੀਤਾ, ਉਹ ਬਦਲ ਗਈ। ਤੇ ਪਤੀ ਦਾ ਮੈਨੂੰ ਫੋਨ ਆਇਆ, ਥੈਂਕ ਯੂ ਵੈਰੀ ਮੱਚ, ਯੂਅਰ ਮੈਡੀਸਿਨ ਵਰਕਡ, ਮੇਰਾ ਘਰ ਸੁਧਰ ਗਿਆ। ਪਰ ਵੀਰ ਜੀ, ਇਹ ਕੰਟੀਨਿਊ ਕਿਵੇਂ ਰਹਿ ਸਕਦਾ ਹੈ? ਅਤੇ ਮੈਂ ਉਸਨੂੰ ਕਿਹਾ, ਫਿਰ ਤੁਸੀਂ ਇੰਝ ਕਰ ਲਓ, ਕੰਟੀਨਿਊ ਰਹੇਗਾ, ਤੁਸੀਂ ਨਾ ਕੋਈ ਚੈਰਿਟੀ 'ਚ ਆਪਣੀ ਵਾਈਫ ਨੂੰ ਇਨਵੋਲਵ ਕਰ ਦਿਓ। ਹੀ ਸੈਡ, ਮੈਂ ਦੁਕਾਨ 'ਤੇ ਬੈਠਦਾ ਹਾਂ। ਉਸਨੇ ਇੱਕ ਐਂਬੂਲੈਂਸ ਪਾ ਲਈ, ਉਸਦਾ ਨਾਂ ਉਸਨੇ ਰੱਖਿਆ ਲਿਵਿੰਗ ਟ੍ਰੈਜਰ ਦੀ ਐਂਬੂਲੈਂਸ। ਕਹਿੰਦੇ ਵੀਰ ਜੀ, ਪਤਾ ਅਸੀਂ ਕੀ ਸ਼ੁਰੂ ਕੀਤਾ? ਮੈਂ ਕਿਹਾ ਕੀ? ਕਹਿੰਦੇ ਇੱਕ ਤਾਂ ਐਂਬੂਲੈਂਸ ਅਸੀਂ ਬਲੱਡ ਡੋਨੇਸ਼ਨ ਕੈਂਪ ਵਾਸਤੇ ਵਰਤਦੇ ਹਾਂ, ਲੇਕਿਨ ਸ਼ਿਮਲਾ ਜੈਸੀ ਪਹਾੜੀਆਂ ਅਤੇ ਲੋਕਾਂ ਦੇ ਘਰਾਂ ਦੇ ਵਿਚਕਾਰ ਕਿਸੇ ਦੀ ਡੈਥ ਹੋ ਜਾਏ ਅਤੇ ਉਹਨਾਂ ਦੇ ਰਿਸ਼ਤੇਦਾਰ ਹੋਰ ਦੂਜੀਆਂ ਜਗ੍ਹਾਵਾਂ ਤੋਂ ਛੇਤੀ ਨਾਲ ਸੰਸਕਾਰ ਤੱਕ ਪਹੁੰਚ ਨਹੀਂ ਪਾਉਂਦੇ ਨੇ, ਜਾਂ ਗਰੇਵ ਯਾਰਡ ਤੱਕ ਲਿਜਾਣਾ ਹੋਵੇ, ਤਾਂ ਇਹ ਭੈਣ ਆਪਣੀ ਵੈਨ ਚਲਾ ਕੇ ਉਹਨਾਂ ਦੀ ਡੈੱਡ ਬੋਡੀ ਨੂੰ ਹੈਲਪ ਕਰਾ ਦਿੰਦੀ ਹੈ ਉਹਨਾਂ ਦੇ ਗਰੇਵ ਯਾਰਡ, ਕ੍ਰੀਮੇਸ਼ਨ ਗਰਾਊਂਡ ਤੱਕ ਪਹੁੰਚਾਉਣ ਵਾਸਤੇ।
even then she is round the clock busy to understand ਗੁਰਬਾਣੀ। ਉਹ ਅੱਜ ਕੱਲ੍ਹ ਜ਼ੀ ਪੰਜਾਬੀ ਦੇ ਤੁਹਾਨੂੰ once in a month ਮਿਲੇਗੀ, ਇੱਕ ਓਂਕਾਰ ਪ੍ਰੋਗਰਾਮ ਤੇ ਆਉਂਦੀ ਹੈ। ਉਹਨੂੰ ਪੁੱਛਿਆ ਤੁਸੀਂ ਇਹ ਸ਼ਬਦ ਵਿਚਾਰ ਕਿਵੇਂ ਸ਼ੁਰੂ ਕਰ ਲਈ? ਸ਼ੀ ਸੈਡ ਮੈਂ ਤੁਹਾਡੀ ਇੱਕ ਟੇਪ ਪੂਤਾ ਮਾਤਾ ਕਸੀਸ 35 ਟਾਈਮਸ ਸੁਣੀ। ਸੁਣਨ ਤੋਂ ਬਾਅਦ ਮੈਂ ਸ਼ਿਮਲਾ ਗੁਰਦੁਆਰੇ ਜਾ ਕੇ ਐਜ਼ ਇਟ ਇਜ਼ ਰੱਟਾ ਮਾਰ ਕੇ ਬੋਲ ਆਈ। ਪੰਕਤੀਆਂ ਨੋਟ ਕਰ ਲਈਆਂ, ਤੁਹਾਡੇ ਨੂੰਹ ਸੱਸ ਦੇ ਐਗਜ਼ਾਮਪਲਸ ਨੋਟ ਕਰ ਲਏ ਔਰ ਸ਼ਬਦ ਦੇ ਅਰਥ ਨੋਟ ਕਰ ਲਏ ਔਰ ਐਜ਼ ਇਟ ਇਜ਼ ਮੈਂ ਉੱਥੇ ਤੋਤਾ ਰੱਟ ਕੇ ਬੋਲ ਆਈ। ਪਰ ਆਸਤਾ ਆਸਤਾ ਮੇਰੀ ਪ੍ਰੈਕਟਿਸ ਵੱਧਦੀ ਗਈ, ਮੇਰਾ ਸ਼ੌਂਕ ਵੱਧਦਾ ਗਿਆ। ਹੁਣ ਉਹ ਸ਼ਿਮਲਾ ਤੋਂ ਲੈ ਕੇ ਪਟਿਆਲੇ ਤੱਕ ਡਰਾਈਵ ਕਰਕੇ ਘਰ ਆਉਂਦੀ ਹੈ। ਪਤੀ ਬੜਾ ਸੁਖੀ ਹੈ, ਸਾਸੂ ਜੀ ਬੜੇ ਖੁਸ਼ ਨੇ। ਉਹ ਤੁਹਾਡੀ ਨੂੰਹ ਤੁਸੀਂ ਕਹਿੰਦੇ ਸੋ ਲੜਦੀ ਹੈ, ਤੁਹਾਡੀ ਤੇ ਨੂੰਹ ਬਿਲਕੁਲ ਬੀਬੀ ਭਾਨੀ ਵਾਂਗੂ ਸੇਵਾ ਕਰਨ ਲੱਗ ਪਈ ਹੈ। ਘਰ ਬਦਲ ਗਿਆ। ਸਾਧ ਸੰਗਤ ਜੀ, ਇਸ ਭੁਲੇਖ ਤੋਂ ਛੁੱਟ ਜਾਈਏ। ਮੈਂ ਕਿਸੇ ਦਾ ਬੁਰਾ ਨਹੀਂ ਕਰਦਾ, ਕੋਈ ਨਾ ਕੋਈ ਮੇਰੇ ਨਾਲ ਬੁਰਾ ਕਰ ਜਾਂਦਾ ਹੈ। ਇਹ ਭੁਲੇਖਾ ਹੀ ਹੈ।